ਹਾਂਜੀ ਹਰਦੀਪ ਸਿੰਘ ਜੀ, ਦੱਸੋ ਤੁਸੀਂ ਇਹ ਜਿਹੜਾ ਗੁਰਦੁਆਰਾ ਆਮ ਸਾਹਿਬ ਵਾਲਾ ਮਸਲਾ ਜ਼ਮੀਨ ਨੂੰ ਫਿਰ ਇੱਕ ਵੇਚਣ ਵਾਲਾ ਦੁਬਾਰਾ ਚਲਾਇਆ ਇਹਨਾਂ ਨੇ, ਗੁਰਦੁਆਰਾ ਆਮ ਸਾਹਿਬ ਦੇ ਮੈਨੇਜਰ ਨੇ ਕੋਈ ਮਤਾ ਮੁਤਾ ਪਕਾਇਆ, ਇਹਦੇ ਬਾਰੇ ਦੱਸੋ। ਤੁਸੀਂ ਪਹਿਲਾਂ ਇਹਦਾ ਵਿਰੋਧ ਕਰਦੇ ਰਹੇ ਹੋ ਹਮੇਸ਼ਾ। ਐਕਚੁਅਲੀ ਕੀ ਹੈ ਕਿ 2008-9 ਦੇ ਵਿੱਚ ਵੀ ਅਸੀਂ ਇਹ ਆਵਾਜ਼ ਉਠਾਈ ਸੀ ਕਿ ਗੁਰਦੁਆਰਾ ਆਮ ਸਾਹਿਬ ਦੀ ਜ਼ਮੀਨ ਜਿਹੜੀ ਹੈ ਉਹ ਐਕੁਜ਼ੀਸ਼ਨ 'ਚ ਨਾ ਆਵੇ, ਐਕਵਾਇਰ ਨਾ ਕੀਤੀ ਜਾਵੇ, ਸਾਰੀ ਜ਼ਮੀਨ ਇਕੱਠੀ ਹੋਵੇ ਤੇ ਇੱਕ ਥਾਂ ਤੇ ਕੋਈ ਅੱਛਾ ਪ੍ਰੋਜੈਕਟ ਲੱਗੇ। ਮੈਂ ਦੱਸਣਾ ਚਾਹਾਂਗਾ ਕਿ ਗੁਰਦੁਆਰਾ ਸਾਹਿਬ ਦੀ ਇੱਕ ਤੇ 8 ਫੇਸ ਦੇ ਵਿੱਚ ਕਰੀਬ 14 ਏਕੜ ਲੈਂਡ ਹੈਗੀ ਹੈ। ਇਸ ਵਿੱਚੋਂ ਵੀ ਉਦੋਂ ਮਤਾ ਪਾ ਕੇ ਇਹਨਾਂ ਨੇ, ਮੈਨੇਜਰ ਨੇ ਮੰਨ ਲਿੱਤਾ, ਸ਼੍ਰੋਮਣੀ ਕਮੇਟੀ ਨੇ ਸਹਿਮਤੀ ਦੇ ਦਿੱਤੀ, 2.86 ਏਕੜ ਉਦੋਂ ਛੱਡ ਰਹੇ ਸੀ। ਉਦੋਂ ਅਗਰ ਸੰਗਤ ਦੇ ਸਹਿਯੋਗ ਦੇ ਨਾਲ ਆਵਾਜ਼ ਚੁੱਕੀ ਤੇ ਉਹ ਜ਼ਮੀਨ ਪੂਰੀ ਹੋ ਸਕੀ 8 ਫੇਸ ਵਾਲੀ। ਲੇਕਿਨ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ 23.5 ਏਕੜ ਪਿੰਡ ਪ੍ਰੇਮਗੜ੍ਹ, ਜਿਹਨੂੰ ਸੈਣੀ ਮਾਜਰਾ ਵੀ ਕਹਿੰਦੇ ਨੇ, ਮਨੌਲੀ ਦੇ ਨੇੜੇ, ਜਿਹੜਾ ਇਸ ਵੇਲੇ ਐਰੋ ਸਿਟੀ ਹੈ, ਉਸ ਵਿੱਚ 23.5 ਏਕੜ ਹੈ। ਉਹ 23.5 ਏਕੜ ਦੇ ਵਿੱਚੋਂ 11 ਏਕੜ ਜਿਹੜੀ ਹੈਗੀ ਹੈ ਉਹ ਪਹਿਲਾਂ ਐਕਵਾਇਰ ਹੋਈ ਸਰਦਾਰ ਮੱਕੜ ਦੇ ਵੇਲੇ। ਉਸ ਵਕਤ ਵੀ ਅਸੀਂ ਬਹੁਤ ਆਵਾਜ਼ ਬੁਲੰਦ ਕੀਤੀ, ਹਾਈ ਕੋਰਟ ਤੱਕ ਵੀ ਗਏ ਕਿ ਸ਼੍ਰੋਮਣੀ ਕਮੇਟੀ ਐਸਾ ਕੁਛ ਨਾ ਕਰੇ। ਸੰਗਤ ਨੇ 10,000 ਤੋਂ ਵੱਧ ਸਿਗਨੇਚਰਸ ਕਰਕੇ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਨੂੰ ਤੇ ਉਦੋਂ ਦੀ ਸਰਕਾਰ ਨੂੰ ਦਿੱਤੇ, ਪਰ ਉਹ ਮਨਾਹੀ ਕੀਤੀ ਉਹਨਾਂ ਨੇ। ਉਸ ਦਾ ਨਤੀਜਾ ਕੀ ਨਿਕਲਿਆ? ਉਸ ਦਾ ਨਤੀਜਾ ਨਿਕਲਿਆ ਕਿ ਜਿਹੜੀ ਜ਼ਮੀਨ ਇਹਨਾਂ ਨੇ ਉਦੋਂ 19.36 ਕਰੋੜ ਦੀ ਦੇਤੀ, ਉਸ ਦੀ ਕੀਮਤ ਅੱਜ 66 ਕਰੋੜ ਹੈ। ਔਰ ਉਸ ਦੇ ਬਦਲੇ ਜਿਹੜੀ ਇਹਨਾਂ ਨੇ ਜ਼ਮੀਨ ਖਰੀਦੀ ਉਹ ਕੇਵਲ ਜਿਹੜੀ ਹੈਗੀ ਹੈ 9 ਕਰੋੜ ਦੇ ਕਰੀਬ ਦੀ ਰਹਿ ਗਈ ਹੈ। ਮਲੇਰਕੋਟਲੇ ਕੋਲ ਜਾ ਕੇ ਉਹ ਜ਼ਮੀਨ ਖਰੀਦੀ। ਗੁਰਦੁਆਰਾ ਅੰਬ ਸਾਹਿਬ, ਇਸ ਇਲਾਕੇ ਦੀ ਸੰਗਤ, ਇਹਨਾਂ ਨਾਲ ਧੱਕਾ ਕੀਤਾ ਗਿਆ ਬਿਲਕੁਲ ਤੌਰ ਤੇ। ਗੁਰਦੁਆਰਾ ਅੰਬ ਸਾਹਿਬ ਨੂੰ ਦਾਨ ਕੀਤੀ ਹੋਈ ਜ਼ਮੀਨ, ਇਸੇ ਇਲਾਕੇ ਦੇ ਵਿੱਚ ਕੋਈ ਪ੍ਰੋਜੈਕਟ ਲੱਗਣਾ ਚਾਹੀਦਾ ਸੀ, ਮਲੇਰਕੋਟਲੇ ਜਾ ਕੇ ਜ਼ਮੀਨ ਲੈਣ ਦਾ ਕਾਰਨ ਕੋਈ ਨਹੀਂ ਸੀ ਬਣਦਾ, ਤੇ ਉਹ ਜਿਹੜੀ ਅੱਜ 66 ਕਰੋੜ ਦੀ ਜ਼ਮੀਨ ਇੱਥੇ ਬਣਨੀ ਸੀ, ਉੱਥੇ ਜਾ ਕੇ 9 ਕਰੋੜ ਦੀ ਰਹਿ ਗਈ, 57 ਕਰੋੜ ਦਾ ਨੁਕਸਾਨ। ਹੁਣ ਤਾਜ਼ੀ ਗੱਲ ਜਿਹੜੀ ਹੈ ਉਹ ਪਿਛਲੇ ਮਹੀਨੇ ਜਾਣਕਾਰੀ ਵਿੱਚ ਆਇਆ, ਇੱਕ ਮੀਟਿੰਗ ਦਾ ਜੋ ਹੈ ਇਹਨਾਂ ਨੇ ਨੋਟਿਸ ਭੇਜਿਆ, ਜਿਸ ਵਿੱਚ ਕਿ ਹੋਰ ਜ਼ਮੀਨ 12.5 ਏਕੜ ਜਿਹੜੀ ਉੱਥੇ ਰਹਿ ਗਈ, ਸੈਣੀ ਮਾਜਰਾ, ਮਨੌਲੀ, ਪ੍ਰੇਮਗੜ੍ਹ ਜਿਹਨੂੰ ਕਹਿੰਦੇ ਆ, ਉਹ 12.5 ਏਕੜ ਲੈਂਡ ਵੀ ਜਿਹੜੀ ਐਕੁਜ਼ੀਸ਼ਨ ਦੇ ਤਹਿਤ ਆਉਣ ਦੀ ਗੱਲ ਹੋਈ, ਜਿਸ ਨੂੰ ਇਹ ਤਿਆਰੀ ਕੀਤੀ ਬੈਠੇ ਨੇ ਕਿ ਦੇ ਦਿੱਤੀ ਜਾਵੇ। ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਉਹ ਮੀਟਿੰਗ ਪਹਿਲੇ ਕੈਂਸਲ ਕਰਵਾਈ। ਫਿਰ ਮੈਂ ਬੀਬੀ ਜਗੀਰ ਕੌਰ ਹੋਰਾਂ ਨਾਲ ਉਚੇਚੇ ਤੌਰ ਤੇ ਇਸ ਬਾਰੇ ਬੈਠ ਕੇ ਕਰੀਬ ਘੰਟਾ ਸਵਾ ਘੰਟਾ ਇਸ ਬਾਰੇ ਡਿਟੇਲ ਡਿਸਕਸ਼ਨ ਕੀਤੀ, ਸਾਰੀ ਗੱਲ ਉਹਨਾਂ ਨੂੰ ਦੱਸੀ, ਸਮਝਾਈ ਕਿ ਉਦੋਂ ਬਹੁਤ ਵੱਡੀ ਗਲਤੀ ਹੋਈ ਤੇ ਸੰਸਥਾ ਦਾ, ਗੁਰਦੁਆਰਾ ਅੰਬ ਸਾਹਿਬ ਦਾ 57-58 ਕਰੋੜ ਦਾ ਨੁਕਸਾਨ ਹੈ ਉਸ ਦੇ ਵਿੱਚ ਹੋਇਆ। ਅੱਜ ਫਿਰ ਉਹ ਗਲਤੀ ਦੁਹਰਾਈ ਜਾਣ ਲੱਗੀ ਹੈ ਤੇ ਬਚਾਅ ਕਰੋ। ਔਰ ਉਹਨਾਂ ਨੇ ਇਸ ਗੱਲ ਨਾਲ ਸਹਿਮਤੀ ਵੀ ਪ੍ਰਗਟ ਕੀਤੀ ਕਿ ਜੇ ਉੱਥੇ ਕੋਈ ਆਪਾਂ ਹਸਪੀਟਲ ਜਾਂ ਹੋਰ ਸੰਸਥਾ ਬਣਾਉਂਦੇ ਹਾਂ, ਚੰਗੀ ਗੱਲ ਹੈ, ਆਪਾਂ ਲੈਂਡ ਵੱਲ ਹੀ ਚੱਲਦੇ ਹਾਂ। ਅੱਜ ਹੈਰਾਨੀ ਦੀ ਗੱਲ ਇਹ ਹੋਈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਕਹਿ ਰਹੇ ਹੈ ਕਿ ਉਸ ਬਾਰੇ ਅਸੀਂ ਮਤਾ ਪਾਸ ਕਰਕੇ ਤੇ ਉੱਥੇ ਹਸਪੀਟਲ ਬਣਾਉਣ ਦੀ ਗੱਲ ਕਰਦੇ ਹਾਂ। ਗੁਰਦੁਆਰਾ ਮੈਨੇਜਰ ਜੋ ਹੈ ਉਹ ਇੱਕ ਮਤਾ ਪਿਛਲੀ 5 ਤਰੀਕ ਦੇ ਲਿਖ ਕੇ ਕਿ ਇਹ ਜਿਹੜੀ ਜ਼ਮੀਨ ਹੈ ਇਸ ਨੂੰ ਲੈਂਡ ਪੂਲਿੰਗ 'ਚ ਦੇ ਦਿੱਤਾ ਜਾਵੇ, ਇਸ ਦੇ ਸਿਗਨੇਚਰ ਕਰਵਾਉਂਦੇ ਪਏ ਨੇ, ਇਸ ਦੀ ਤਿਆਰੀ ਕਰਦੇ ਪਏ ਨੇ, ਆਪਣਾ ਮਤਾ ਪਾਸ ਕਰਨ ਦੀ ਗੱਲ ਕਰਦੇ ਨੇ। ਸੋ ਬੜੀ ਹੈਰਾਨੀ ਦੀ ਗੱਲ ਹੈ, ਜੇ ਲੈਂਡ ਪੂਲਿੰਗ 'ਚ ਵੀ ਇਹ ਜ਼ਮੀਨ ਨੂੰ ਲੈਂਦੇ ਨੇ ਤੇ ਬਾਅਦ ਵਿੱਚ ਫਿਰ ਖਰੀਦੋ ਫਰੋਖਤ ਦਾ ਹੋਇਆ ਕਿ ਆਫਟਰ ਆਲ ਉਹ ਕੋਈ, ਜੇ ਅੱਜ 12.5 ਏਕੜ ਜ਼ਮੀਨ ਹੈ ਤੇ ਲੈਂਡ ਪੂਲਿੰਗ 'ਚ ਮਿਲੇਗੀ ਤੁਹਾਨੂੰ 3.25 ਏਕੜ, 3.25 ਏਕੜ ਮਿਲੇਗੀ, 9 ਏਕੜ ਦਾ ਇਹ ਨੁਕਸਾਨ ਹੈ। ਅੱਜ ਦੇ ਦਿਨ 55 ਕਰੋੜ ਦਾ ਫਿਰ ਨੁਕਸਾਨ ਹੈ। ਔਰ ਉੱਥੇ ਕੋਈ ਉਸ 3.25 ਏਕੜ ਦਾ ਕੀ ਕਰੋਗੇ? ਉੱਥੇ ਕੀ ਸ਼੍ਰੋਮਣੀ ਕਮੇਟੀ ਨੇ ਕੋਠੀਆਂ ਬਣਾਉਣੀਆਂ ਨੇ, ਸ਼ੋਰੂਮ ਬਣਾਉਣੇ ਨੇ? ਨਹੀਂ, ਫਿਰ ਵੇਚੋਗੇ ਤੁਸੀਂ। ਜਦੋਂ ਵੇਚੋ, ਉਸ ਨਾਲੋਂ ਚੰਗਾ ਹੈ ਕਿ ਅਸੀਂ 12.5 ਏਕੜ ਲੈਂਡ ਨੂੰ ਐਜ਼ ਇਟ ਇਜ਼ ਰੱਖੀਏ ਔਰ ਇੱਥੇ ਕੋਈ ਸੰਸਥਾ ਬਣਾਈਏ। ਇਸ ਇਲਾਕੇ ਨਾਲ ਹਮੇਸ਼ਾ ਹੀ ਧੱਕਾ ਕਰਦੇ ਰਹੋਗੇ। ਔਰ ਗੁਰਦੁਆਰਾ ਅੰਬ ਸਾਹਿਬ ਦੀ ਦਾਨ ਕੀਤੀ ਜ਼ਮੀਨ ਨੂੰ ਸਾਨੂੰ ਖੁਰਦ-ਬੁਰਦ ਕਰਨ ਦਾ ਹੱਕ ਕੋਈ ਨਹੀਂ ਹੈ। ਇਹ ਵੇਖਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਇਹ ਕਿਸ ਲੈਵਲ 'ਤੇ ਕੁਤਾਹੀ ਹੋ ਰਹੀ ਹੈ। ਮੈਂ ਕਾਫੀ ਸਮੇਂ ਤੋਂ ਇਨਐਕਟਿਵ ਚੱਲ ਰਿਹਾ, ਲੇਕਿਨ ਇਹ ਚੌਕੀਦਾਰੀ ਕਰਨਾ ਮੇਰਾ ਫਰਜ਼ ਬਣਦਾ ਹੈ। ਇਸ ਕਰਕੇ ਮੈਨੂੰ ਅੱਜ ਫਿਰ ਆਵਾਜ਼ ਚੁੱਕਣੀ ਪਈ ਹੈ। ਮੈਂ ਚਾਹੁੰਦਾ ਹਾਂ ਕਿ ਮੈਨੂੰ ਇਹ ਨਾ ਬਾਹਰ ਆ ਕੇ ਕੋਈ ਬਹੁਤੀਆਂ ਗੱਲਾਂ ਕਹਿਣੀਆਂ ਪੈਣ, ਲੇਕਿਨ ਸੰਗਤ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਇਹ ਗਲਤੀ ਨਾ ਦੁਹਰਾਓ। ਗੁਰਦੁਆਰਾ ਅੰਬ ਸਾਹਿਬ ਨਾਲ ਜੋ ਹੈ ਧਰੋਹ ਨਾ ਕਮਾਓ। ਇਹ ਕਿਸ ਲੈਵਲ 'ਤੇ ਜਿਹੜੀ ਹੈ, ਕਿਸ ਸਟਾਫ ਲੈਵਲ 'ਤੇ ਹੋ ਰਹੀ ਹੈ ਜਾਂ ਕਿਸ ਲੈਵਲ 'ਤੇ ਹੋ ਰਹੀ ਹੈ, ਇਸ ਗੱਲ ਨੂੰ ਤੁਰੰਤ ਚੈੱਕ ਕਰਨਾ ਚਾਹੀਦਾ ਹੈ।
ਔਰ ਇਹ ਨੁਕਸਾਨ ਹੋਣ ਤੋਂ ਬਚਾਉਣਾ ਚਾਹੀਦਾ ਹੈ। ਇੱਥੇ ਹੋਰਨਾਂ ਸੰਸਥਾਵਾਂ ਨੂੰ ਵੀ ਕੋਈ ਜ਼ਮੀਨ ਇਕੱਠੀ ਕਰਕੇ ਦਿੱਤੀ ਗਈ, ਰਾਧਾ ਸਵਾਮੀ ਸਤਸੰਗ ਨੂੰ 200 ਏਕੜ ਜ਼ਮੀਨ ਇਕੱਠੀ ਕਰਕੇ ਦਿੱਤੀ ਗਈ, ਤਾਂ ਫਿਰ ਇਹ ਕਿਉਂ ਇੱਥੇ ਇਸ ਤਰ੍ਹਾਂ ਹੋ ਰਿਹਾ? ਦੇਖੋ, ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਵੱਖ-ਵੱਖ ਥਾਵਾਂ ਦੇ ਉੱਤੇ ਜ਼ਮੀਨ ਰਾਧਾ ਸਵਾਮੀ ਸਤਸੰਗ ਦੀ ਸੀ, ਉਹਨਾਂ ਨੂੰ ਇੱਕ ਥਾਂ ਤੇ 200 ਏਕੜ ਦੇ ਕਰੀਬ ਇਕੱਠੀ ਕਰਕੇ ਦਿੱਤੀ। ਫਿਰ ਮੈਂ ਹੋਰ ਕਹਾਂ ਕਿ ਗੁਰਦੁਆਰਾ ਅੰਬ ਸਾਹਿਬ ਦੀ ਜਿਹੜੀ ਲੈਂਡ ਵੀ ਸੀ, ਉਹ ਵੀ 8 ਫੇਸ ਦੇ ਵਿੱਚ, ਜਿੱਥੇ ਗੁਰਦੁਆਰਾ ਅੰਬ ਸਾਹਿਬ ਸਥਾਪਿਤ ਹੈ, 9 ਫੇਸ ਦੇ ਵਿੱਚ, 10 ਫੇਸ ਦੇ ਵਿੱਚ, ਤੇ ਇਸ ਤੋਂ ਇਲਾਵਾ ਹੋਰ ਥਾਵਾਂ ਦੇ ਉੱਤੇ ਵੀ ਸੀ, ਮੌਲੀ ਬੈਦਵਾਨ ਦੇ ਵਿੱਚ ਵੀ ਸੀ। ਸੋ ਉਹਨਾਂ ਸਾਰੀਆਂ ਥਾਵਾਂ ਨੂੰ ਜਦੋਂ 2009 ਦੇ ਵਿੱਚ ਅਸੀਂ ਆਵਾਜ਼ ਚੁੱਕੀ ਹੈ ਤੇ ਉਦੋਂ ਉੱਥੇ ਇਕੱਠਾ ਕਰਵਾਇਆ। ਉੱਥੇ ਸਾਡੇ ਜੋ 14 ਏਕੜ ਲੈਂਡ ਜਿਹੜੀ ਉੱਥੇ ਗੁਰਦੁਆਰਾ ਅੰਬ ਸਾਹਿਬ ਦੀ 59 ਫੇਸ 'ਚ ਹੈ, ਉਹ ਸਾਰੀ ਨੂੰ ਉਸ ਵੇਲੇ ਉੱਥੇ ਕੰਸੋਲੀਡੇਟ ਕਰਵਾਇਆ। ਇਹ ਨਹੀਂ ਕਿ ਜੇ ਉਹ ਸਪੋਜ਼ ਜੇ ਉਹਨਾਂ ਨੇ ਨੋਟਿਸ 4 ਦਾ ਸੀ, ਨੋਟਿਸ 6 ਦਾ ਜਿਹੜਾ 6 ਤੇ ਨੋਟਿਸ 4 ਐਂਡ ਨੋਟਿਸ 6 ਜਿਹੜਾ ਹੈਗਾ, ਇਹਨਾਂ ਸੈਕਸ਼ਨਸ ਦਾ ਅਸੀਂ ਵਿਰੋਧ ਨਹੀਂ ਕੀਤਾ ਤੇ ਗਲਤੀ ਉੱਥੋਂ ਸ਼ੁਰੂ ਹੋ ਜਾਂਦੀ ਹੈਗੀ ਹੈ। ਇਹ ਵੀ ਕੋਈ ਗੱਲ ਨਹੀਂ। ਫੇਸ 9 ਤੇ 10 ਦੇ ਵਿੱਚ ਜਿਹੜੀ ਅੰਬ ਸਾਹਿਬ ਦੀ ਜ਼ਮੀਨ ਸੀ, ਉਹ ਤੇ ਉੱਥੇ ਵਿਕ ਵੀ ਚੁੱਕੀ ਸੀ, ਅੱਗੇ ਪਲਾਟ ਕੱਟੇ ਜਾ ਚੁੱਕੇ ਸੀ, ਘਰ ਬਣ ਚੁੱਕੇ ਸੀ। ਇਹਦੇ ਬਾਵਜੂਦ ਅਗਰ ਸਰਕਾਰੀ ਪੱਧਰ ਤੇ ਚਾਹੀਏ ਤੇ ਉਹ ਕੰਮ ਹੋ ਸਕਦਾ ਹੈ। ਲੇਕਿਨ ਇਸ ਦੇ ਲਈ ਜੇ ਸ਼੍ਰੋਮਣੀ ਕਮੇਟੀ ਦੀ ਮਨਸ਼ਾ ਹੀ ਨਹੀਂ, ਜੇ ਸ਼੍ਰੋਮਣੀ ਕਮੇਟੀ ਨੇ ਜ਼ਮੀਨ ਖੁਰਦ-ਬੁਰਦ ਹੀ ਕਰਵਾਉਣੀ ਹੈ ਤੇ ਫਿਰ ਤੇ ਰੱਬ ਹੀ ਰੱਖਾ ਹੈ। ਨਹੀਂ, ਹੁਣ ਤੁਹਾਨੂੰ ਕੀ ਲੱਗਦਾ, ਹੁਣ ਤੁਹਾਡੀ ਬੀਬੀ ਜਗੀਰ ਕੌਰ ਨਾਲ ਗੱਲ ਹੋਈ ਹੈ, ਤੁਸੀਂ ਕਹਿੰਦੇ ਹੋ, ਤੇ ਜੇ ਇਹਦੇ ਬਾਵਜੂਦ ਜੇ ਇਸ ਜ਼ਮੀਨ ਨੂੰ ਇਸ ਤਰ੍ਹਾਂ ਵੇਚਣ ਦਾ ਸਿਲਸਿਲਾ ਇਹ ਕਰਦੀ ਹੈ ਸ਼੍ਰੋਮਣੀ ਕਮੇਟੀ, ਜਾਂ ਜਿਹੜੇ ਤੁਸੀਂ ਗੁਰਦੁਆਰਾ ਅੰਬ ਸਾਹਿਬ ਦੇ ਤੁਸੀਂ ਦੱਸ ਰਹੇ ਹੋ ਮੈਨੇਜਰ ਨੇ ਕੋਈ ਮਤਾ ਪਾਇਆ, ਤਾਂ ਫਿਰ ਤੁਹਾਡਾ ਐਕਸ਼ਨ ਪਲਾਨ ਕੀ ਹੈ ਨੈਕਸਟ? ਦੇਖੋ, ਮੈਨੂੰ ਜਿਸ ਤਰ੍ਹਾਂ ਹੀ ਅੱਜ ਪਤਾ ਲੱਗਿਆ ਕਿ ਇਸ ਤਰੀਕੇ ਦੀ ਕੋਈ ਕਾਰਵਾਈ ਕਰਨ ਜਾ ਰਹੇ ਨੇ, ਪਹਿਲੇ ਤੇ ਇਹਨਾਂ ਨੇ 17 ਤਾਰੀਖ ਦੀ ਇੱਕ ਮੀਟਿੰਗ ਰੱਖੀ ਸੀ, ਜਿਹੜੀ ਕਿ ਮੈਂ ਕਹਿ ਕੇ ਰੁਕਵਾਈ, ਉਹ ਕੈਂਸਲ ਹੋਈ ਮੀਟਿੰਗ। ਔਰ ਜਿਸ ਦਿਨ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਬੀਬੀ ਜਗੀਰ ਕੌਰ ਹੋਰੀ ਆਏ ਆਪਣਾ ਸਾਲਾਨਾ ਸਮਾਗਮ ਗੁਰੂ ਹਰਰਾਏ ਪਾਤਸ਼ਾਹ ਦੇ ਜੋ ਪ੍ਰਕਾਸ਼ ਪੁਰਬ ਸੰਬੰਧੀ ਸੀ, ਉਸ ਵਕਤ ਮੇਰਾ ਮੁਲਾਕਾਤ ਕਰਨ ਦਾ ਪਰਪਸ ਇਹੀ ਸੀ। ਮੈਨੂੰ ਕੋਈ ਸਰੋਪਿਆਂ ਦੀ ਨਹੀਂ ਹੈ, ਮੈਂ ਕੋਈ ਸਟੇਜਾਂ ਨਹੀਂ ਸ਼ੇਅਰ ਕਰਨੀਆਂ, ਜੇ ਭਾਵੇਂ ਜਿਸ ਤਰੀਕੇ ਦੀਆਂ ਮਰਜ਼ੀ ਚਲਾਉਂਦੇ ਰਹੋ, ਮੇਰਾ ਉਹ ਇੰਟਰਸਟ ਨਹੀਂ ਹੈ। ਇੰਟਰਸਟ ਹੈ ਕਿ ਗੁਰਦੁਆਰਾ ਸਾਹਿਬ ਦਾ ਜੇ ਨੁਕਸਾਨ ਹੋਣ ਜਾ ਰਿਹਾ ਤੇ ਉੱਥੇ ਚੌਕੀਦਾਰੀ ਕਰਨਾ ਮੇਰਾ ਫਰਜ਼ ਬਣਦਾ ਹੈ। ਇਸ ਵਜ੍ਹਾ ਕਰਕੇ ਮੈਂ ਉਹਨਾਂ ਨਾਲ ਮੁਲਾਕਾਤ ਕਰਕੇ ਡੀਟੇਲ 'ਚ ਉਹਨਾਂ ਨੂੰ ਦੱਸਿਆ ਔਰ ਕੀ ਸੰਭਾਵਨਾਵਾਂ ਨੇ, ਕਿਵੇਂ ਕੀਤਾ ਜਾ ਸਕਦਾ ਹੈ, ਉਹ ਔਰ ਕਰਨਾ ਚਾਹੀਦਾ। ਬੀਬੀ ਜਗੀਰ ਕੌਰ ਹੋਰਾਂ ਦੀ ਜਦੋਂ ਗੱਲਬਾਤ ਹੋਈ ਹੈ, ਉਹ ਸ਼ੀ ਵਾਸ ਪੋਜ਼ਿਟਿਵ, ਸਹਿਮਤ ਸੀ, ਐਂਡ ਸ਼ੀ ਐਗਰੀਡ ਕਿ ਵੀ ਅਸੀਂ ਠੀਕ ਹੈ ਹਸਪੀਟਲ ਲਈ ਅਸੀਂ ਬਲਕਿ ਕੋਈ ਸੰਸਥਾਵਾਂ ਨੂੰ, ਕੋਈ ਸੱਜਣਾ ਨੂੰ, ਕੋਈ ਹੋਰ ਨਾਲ ਲੈ ਕੇ ਤੇ ਐਸਾ ਕਦਮ ਚੁੱਕਦੇ ਹਾਂ। ਲੇਕਿਨ ਫਿਰ ਇਹ ਕੁਛ ਹੋ ਰਿਹਾ, ਸਮਝ ਤੋਂ ਬਾਹਰ ਦੀ ਗੱਲ ਹੈ। ਇਹਨੂੰ ਵੇਖਣਾ ਚਾਹੀਦਾ, ਜ਼ਮੀਨ ਖੁਰਦ-ਬੁਰਦ ਹੋਣ ਤੋਂ ਬਚਾਉਣੀ ਚਾਹੀਦੀ। ਤੁਹਾਡਾ ਐਕਸ਼ਨ ਪਲਾਨ ਕੀ ਹੋਏਗਾ ਜੇ ਇੱਥੇ ਇਹ ਨਹੀਂ? ਮੇਰਾ ਸਭ ਤੋਂ, ਦੇਖੋ ਕੀ ਹੈ ਕਿ ਮੇਰਾ ਸਭ ਤੋਂ ਮੇਜਰ ਤੇ ਐਕਸ਼ਨ ਇਹੋ ਹੈ ਕਿ ਸਮੇਂ ਸਿਰ ਮੈਂ ਇਸ ਗੱਲ ਨੂੰ ਉਜਾਗਰ ਕੀਤਾ, ਉਜਾਗਰ ਕਰ ਸਕਿਆ, ਔਰ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਇਕੱਲੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਪਿੱਛੇ ਗਲਤ ਨੂੰ ਸਹੀ ਕਹਿਣ ਦੀ ਪਿਰਤ ਨਾ ਪਾਈਏ, ਛੱਡ ਦਈਏ ਇਹ ਗੱਲਾਂ ਨੂੰ। ਜੋ ਚਾਹੀਦਾ ਹੈ ਕਿ ਜਿੱਥੇ ਕੋਈ ਗਲਤੀ ਹੈ ਕਿਸੇ ਦੀ, ਉੱਥੇ ਉਸ ਨੂੰ ਠੋਕ ਵਜਾ ਕੇ ਕਹੋ। ਔਰ ਮੇਰਾ ਜੋ ਹੈ, ਮੇਰਾ ਪਰਪਸ ਹੈ ਸੰਗਤ ਨੂੰ ਸੁਚੇਤ ਕਰਨਾ, ਸ਼੍ਰੋਮਣੀ ਕਮੇਟੀ ਨੂੰ ਅਗਾਹ ਕਰਨਾ ਕਿ ਪਹਿਲਾਂ ਵਾਂਗੇ ਗਲਤੀਆਂ ਨਾ ਦੁਹਰਾਓ। ਅਦਰਵਾਈਜ਼ ਜੇ ਡਾਢੇ ਦਾ 3700 ਅਸੀਂ ਉਸ ਵਕਤ 10,000 ਸਿਗਨੇਚਰਸ ਕਰਕੇ ਜਿਹੜੇ ਨੇ ਸ਼੍ਰੋਮਣੀ ਕਮੇਟੀ ਨੂੰ ਤੇ ਸਰਕਾਰ ਨੂੰ ਦਿੱਤੇ। ਕੋਈ ਅਗਰ ਜ਼ਬਰਦਸਤੀ ਕਰਨਾ ਚਾਹੁੰਦੇ ਨੇ, ਮੈਂ ਹਾਈ ਕੋਰਟ ਗਿਆ, ਪਹਿਲਾਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਤੇ ਫਿਰ ਮਗਰੋਂ ਜੋ ਹੈ ਪਟੀਸ਼ਨ ਪਾਈ। ਦੋਹਾਂ ਦੇ ਵਿੱਚ ਹਾਈ ਕੋਰਟ ਨੇ ਇਹ ਕਿਹਾ, ਕਹਿੰਦੇ ਕਿ ਜਦੋਂ ਦੇਣ ਵਾਲਾ ਦੇ ਰਿਹਾ, ਲੈਣ ਵਾਲਾ ਲੈ ਰਿਹਾ, ਤੇ ਤੁਸੀਂ ਕੌਣ? ਤੇ ਮੈਂ ਕਿਹਾ ਮੈਂ ਸੰਗਤ ਦੀ ਨੁਮਾਇੰਦਗੀ ਕਰਦਾ, ਜੋ ਪ੍ਰਬੰਧ ਹੈ ਉਹ ਸ਼੍ਰੋਮਣੀ ਕਮੇਟੀ ਕਰਦੀ ਹੈ। ਜੋ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ, ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਬੋਲਦੀ ਹੈ। ਸੰਸਥਾ ਕਿਸੇ ਇੰਡੀਵਿਜੂਅਲ ਦੀ ਨਹੀਂ ਹੈ, ਅਸੀਂ ਤਾਂ ਮੈਨੇਜਮੈਂਟ ਬੋਡੀ ਹਾਂ ਨਾ ਇਕੱਲੇ। ਔਰ ਗੁਰੂ ਜਿਹੜਾ ਹੈਗਾ ਉਹ ਸੰਗਤ 'ਚ ਵਸਦਾ, ਤਾਂ ਆਈ ਰਿਪਰੈਜ਼ੈਂਟ ਸੰਗਤ। ਲੇਕਿਨ ਹਾਈ ਕੋਰਟ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕੀਤਾ ਕਿ ਦੇਣ ਵਾਲੇ ਦੇ ਰਹੇ ਨੇ, ਲੈਣ ਵਾਲੇ ਲੈ ਰਹੇ ਨੇ, ਤੇ ਤੁਸੀਂ ਸੰਸਥਾ ਨਾਲ ਗੱਲ ਕਰੋ। ਔਰ ਸੰਸਥਾ ਜਦੋਂ ਹੈ ਡਾਢਿਆਂ ਵਾਂਗ ਤੁਰੇ ਤੇ ਉਦੋਂ ਨੁਕਸਾਨ, ਹਾਂ ਮੈਂ ਕੀ ਕੀਤਾ ਕਿ ਜੇਕਰ ਉਹ ਜ਼ਿਆਦਤੀ ਕੀਤੀ ਉਸ ਵਕਤ ਦੇ ਸ਼੍ਰੋਮਣੀ ਕਮੇਟੀ ਪ੍ਰਬੰਧ ਨੇ, ਤੇ ਮੈਂ ਮੁੜ ਕੇ ਉਹਨਾਂ ਨਾਲ ਲਗਾਤਾਰ ਵਿਰੋਧਤਾ ਰੱਖੀ ਹੈ। ਔਰ ਜੇ ਉਹਨਾਂ ਨੇ ਨਹੀਂ ਗੱਲ ਆਪਣਾ ਸਹੀ ਰਸਤੇ ਨਹੀਂ ਤੁਰੇ, ਤੇ ਮੈਂ ਉਹਨਾਂ ਨਾਲ ਸਾਂਝ ਆਪਣੀ ਪੂਰਨ ਤੌਰ ਤੇ ਤੋੜ ਕੇ ਰੱਖੀ ਹੈ। ਔਰ ਮੈਂ ਇਹ ਸਮਝਦਾ ਕਿ ਬਤੌਰ ਇੱਕ ਇੰਡੀਵਿਜੂਅਲ ਮੈਂਬਰ, ਮੈਂ ਸੰਗਤ ਦਾ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਜੋ ਵਿਚਰਿਆ, ਮੈਨੂੰ ਕੋਈ ਇਹ ਨਹੀਂ ਕਿ ਮੈਂ ਕੋਈ ਪੋਲੀਟੀਕਲ ਕੋ ਬੈਨੀਫਿਟ ਲੈਣਾ, ਮੈਂ ਇਹਨਾਂ ਦੀਆਂ ਸਟੇਜਾਂ ਤੇ ਜਾ ਕੇ ਆਪਣਾ ਸਤਿਕਾਰ ਕਰਾਉਣਾ ਹੈ ਜਾਂ ਕੁਝ ਹੋਰ ਕਰਨਾ ਹੈ।
ਇਹ ਮੇਰਾ ਪਰਪਸ ਕਤਈ ਨਹੀਂ ਰਿਹਾ, ਨਾ ਹੈ। ਆਈ ਹੈਵ ਲੋਸਟ ਇੰਟਰਸਟ ਇਨ ਆਲ ਦਿਸ। ਤੇ ਹੁਣ ਚੀਜ਼ ਹੈ ਕਿ ਜੇਕਰ ਚੰਗਾ ਇਹ ਕੰਮ ਕਰ ਲੈਣਗੇ ਤੇ ਭਲੇ ਦੀ ਗੱਲ ਹੈ, ਨਹੀਂ ਤਾਂ ਸੰਗਤ ਦੇ ਸਾਹਮਣੇ ਇਹ ਗੱਲ ਲਿਆਉਣਾ ਇਹ ਮੇਰਾ ਫਰਜ਼ ਬਣਦਾ ਸੀ, ਮੈਂ ਲੈ ਕੇ ਆਇਆ।